ਚਵਨ ਸਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਸਰਬ ਕਲਾ ਸੁਪ੍ਰਤ ਸਤਿਗੁਰੂ। ਚਵਨ ਸਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਰਬਤ ਸਦਾਈ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਮਣੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਤ ਬੰਦਾ ਗੁਰ ਕੈ ਸ਼ਬਦ ਉਚਾਰ ਕੇ ਧਰਮਸਾਲ ਦੀ ਸੁਰਤ ਕਰਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇਹ ਉਦਮ ਕੀਤਾ ਹੈ ਤੇ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਬਾਲ ਮਰਦ ਨੇ ਬਚਨ ਕਹੇ। ਗੁਰੂ ਸਾਹਿਬ ਦਾ ਬਚਨ ਮੰਨ ਕੇ ਸਚਿਆਰ ਹੋਣ ਦੀ ਆਪ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ। ਜਿਵੇਂ ਬੱਚਾ ਸਕੂਲ ਜਾਂਦਾ ਹੈ ਰੋਜ਼ਾਨਾ ਕੁਝ ਨਾ ਕੁਝ ਸਿੱਖਦਾ ਹੈ, ਉਹ ਫਿਰ ਇੱਕ ਦਿਨ ਬਹੁਤ ਵੱਡਾ ਗਿਆਨ ਪ੍ਰਾਪਤ ਕਰ ਲੈਂਦਾ। ਇਸ ਤਰ੍ਹਾਂ ਹੀ ਸਿੱਖ ਉਦਮ ਕਰਦਾ ਹੈ, ਰੋਜ਼ ਗੁਰੂ ਚਰਨਾਂ 'ਚ ਪਹੁੰਚਦੇ ਇੱਕ ਦਿਨ ਉਹ ਆਤਮਿਕ ਗਿਆਨੀ ਬਣ ਜਾਂਦਾ ਹੈ। ਉਹ ਇੱਕ ਦਿਨ ਸਤਿਗੁਰਾਂ ਦੇ ਦੱਸੇ ਮਾਰਗ 'ਤੇ ਚੱਲਦਾ ਚੱਲਦਾ ਉਹ ਸੰਸਾਰ ਤੋਂ ਨਿਰੰਕਾਰ ਦਾ ਜਿਹੜਾ ਪੈਂਡਾ ਰਸਤਾ ਤੈਅ ਕਰ ਜਾਂਦਾ ਹੈ। ਜੇ ਕਿਤੇ ਸਿੱਖ ਭੁੱਲਦਾ ਵੀ ਤਾਂ ਫਿਰ ਗੁਰੂ ਬਾਂਹ ਪਕੜ ਕੇ ਫਿਰ ਮਾਰਗ 'ਤੇ ਪਾ ਦਿੰਦੇ। ਭੁੱਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰੂ ਵੱਡੇ ਭਾਗਾਂ ਵਾਲਿਆਂ ਨੂੰ ਮਿਲਦਾ ਜਿਹੜਾ ਕਦਮ ਕਦਮ 'ਤੇ ਸਾਡਾ ਸਾਥ ਦਿੰਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹਦੀ ਸਿੱਖਿਆ ਸਦਾ ਹੀ ਸਾਡੇ ਨਾਲ ਹੈ। ਕਦਮ ਕਦਮ 'ਤੇ ਗੁਰੂ ਸਾਡੀ ਅਗਵਾਈ ਕਰਦਾ ਹੈ। ਸਚਿਆਰ ਹੋਣ ਦੀ ਆਪ ਜੀਆਂ ਨੇ ਉਦਮ ਕੀਤਾ ਹੈ। ਜਿੱਥੇ ਸੰਗਤ ਜੀ ਆਪਾਂ ਨੇ ਅੱਜ ਦੇ ਦੀਵਾਨਾਂ 'ਚ ਪਾਵਨ ਸ਼ਲੋਕ ਦੀ ਵਿਚਾਰ ਕਰਨੀ, ਉੱਥੇ ਬਹੁਤ ਵੱਡੀ ਗਿਣਤੀ 'ਚ ਜੋ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਨਤਮਸਤਕ ਹੋਣ ਦੀ ਜਾ ਰਹੀ ਹੈ ਔਰ ਕਾਫੀ ਦਿਨਾਂ ਤੋਂ ਜਾ ਰਹੀ ਹੈ। 3 ਸਥਾਨਾਂ 'ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਹੋਲੇ ਮਹੱਲੇ ਦਾ ਜੋੜ ਮੇਲਾ ਮਨਾਇਆ ਜਾਂਦਾ। ਸ੍ਰੀ ਕੇਸਗੜ੍ਹ ਸਾਹਿਬ ਬਹੁਤ ਵੱਡੇ ਪੱਧਰ 'ਤੇ, ਪਾਉਂਟਾ ਸਾਹਿਬ ਔਰ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਸਹਿਤ ਨਤਮਸਤਕ ਹੁੰਦੀ ਹੈ। ਕਾਰਨ ਇਹ ਹੈ ਕਿ ਪੁਰਾਤਨ ਸਮੇਂ ਹੈ, ਚਲੋ ਜਿਹੜਾ ਤਿਉਹਾਰ ਹੈ ਨਾ ਹੋਲੀ ਦਾ, ਉਹ ਜਿਹੜੇ ਪੁਰਾਤਨ ਵਰਨ ਵੰਡ ਵਾਲੇ ਸਨ ਉਹਨਾਂ ਨੇ ਸ਼ੂਦਰਾਂ ਨੂੰ ਦਿੱਤਾ, ਕਹਿੰਦੇ ਇਹ ਸ਼ੂਦਰਾਂ ਦਾ ਦਿਹਾੜਾ ਹੋਲੀ ਖੇਡਦੇ ਨੇ। ਪੁਰਾਤਨ ਸਮੇਂ ਹੋਲੀ ਖੇਡਦੇ ਸਨ। ਗੁਰੂ ਸਾਹਿਬ ਨੇ ਇੱਕ ਨਵਾਂ ਤਿਉਹਾਰ ਸਾਨੂੰ ਇਸ ਦੇ ਨਹੀਂ ਦਿੱਤਾ। ਮਹਾਰਾਜ ਕਹਿੰਦੇ ਹੋਲੀ ਨਹੀਂ ਖੇਡਦੇ, ਦਿਹਾੜਾ ਇਹ ਵੀ ਮਾੜਾ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸ਼ਬਦ ਹੈ, ਪ੍ਰਹਿਲਾਦ ਦੀ ਜਿੱਤ ਦਾ ਪ੍ਰਤੀਕ ਹੈ ਹੋਲੀ ਦਾ ਦਿਨ। ਇਹਨੂੰ ਹੋਲਕਾ ਦਹਿਣ ਵੀ ਕਿਹਾ ਜਾਂਦਾ ਹੈ। ਉਹ ਕਈ ਅੱਗ ਦੀ ਪੂਜਾ ਕਰਦੇ ਵੀ ਅੱਗ ਕਰਕੇ ਪ੍ਰਹਿਲਾਦ ਦੀ ਜਿੱਤ ਅੱਗ ਕਰਕੇ ਨਹੀਂ ਹੋਈ ਹੈ, ਜਿੱਤ ਰੱਬ ਕਰਕੇ ਹੋਈ ਹੈ। ਉਹ ਪਰਮਾਤਮਾ ਹੈ ਜਿਹਦਾ ਸ਼ਿੰਗਾਰ ਕਰਦੇ ਉਹ ਕਰ ਦਿੰਦੇ, ਜਿਹਨੂੰ ਉਹ ਪੈਦਾ ਕਰਦੇ ਜਾਂ ਜਿਹਨੂੰ ਵਡਿਆਈ ਬਖਸ਼ਦਾ ਉਹ ਪਰਮਾਤਮਾ ਹੀ ਬਖਸ਼ਦਾ। ਮਨੁੱਖ ਦੇ ਹੱਥ ਕੁਝ ਨਹੀਂ ਹੈ, ਨਾ ਅੱਗ ਕਿਸੇ ਨੂੰ ਸਾੜ ਸਕਦੀ ਹੈ ਨਾ ਬਚਾ ਸਕਦੀ ਹੈ।
ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਉਹ ਪ੍ਰਹਿਲਾਦ ਨੂੰ ਹਰਨਾਕਸ਼ ਮਾਰਨ ਦਾ ਯਤਨ ਕਰਦਾ, ਹਾਲਾਂਕਿ ਇਹਦਾ ਆਪਣਾ ਬੇਟਾ ਹੈ। ਜਿਹੜੀ ਪ੍ਰਹਿਲਾਦ ਨੂੰ ਲਗਨ ਹੈ ਨਾ, ਇਹ ਆਪਣੀ ਮਾਂ ਦੇ ਗਰਭ 'ਚੋਂ ਹੀ ਲੱਗੀ ਹੋਈ ਹੈ। ਦੈਂਤ ਦੇ ਘਰੇ ਇੱਕ ਭਗਤ ਪੈਦਾ ਹੋ ਜਾਂਦਾ ਹੈ। ਵੈਸੇ ਤਾਂ ਆਪਾਂ ਜੇ ਵੇਖੀਏ ਨਾ ਵੀ ਇਹੋ ਜਿਹੇ ਬੇਤੀ ਵਾਲੇ ਦੇ ਅੰਦਰ ਭਗਤ, ਇਹ ਰੱਬ ਦੀ ਬਖਸ਼ਿਸ਼ ਵਰਤੀ ਵੀ ਉਹਨੇ ਵਰ ਮੰਗੇ ਤੇ ਰੱਬ ਨੇ ਇੱਕ ਖੇਡ ਖੇਡੀ ਹਰਨਾਕਸ਼ ਦੇ ਨਾਲ। ਇਹਨੇ ਆਪਣੀ ਸਿਆਣਪ ਵਰਤੀ। ਉਹ ਕਹਿੰਦੇ 12 ਵਰ ਲੈਂਦੇ ਰੱਬ ਤੋਂ, ਨਾ ਅੰਦਰ ਮਰਾਂ, ਨਾ ਬਾਹਰ, ਨਾ ਧਰਤੀ 'ਤੇ, ਨਾ ਆਕਾਸ਼ 'ਚ, ਨਾ ਕੋਈ ਆਦਮੀ ਮਾਰੇ, ਨਾ ਕੋਈ ਹਥਿਆਰ, ਨਾ ਇਹਨੇ 12 ਵਰ ਇਹੋ ਜਿਹੇ ਪ੍ਰਾਪਤ ਕੀਤੇ। ਤੇ ਬੜਾ ਖੁਸ਼ ਹੋਇਆ ਜਦੋਂ ਰੱਬ ਨੇ ਕਿਹਾ ਵੀ ਠੀਕ ਹੈ, ਮੈਂ ਤੇਰੇ ਵਰ ਪੂਰੇ ਕਰਾਂਗਾ। ਕਹਿੰਦਾ ਹੁਣ ਮੈਂ ਮਰਾਂਗੇ ਨਹੀਂ, ਅਮਰ ਹੋ ਜਾਵਾਂਗਾ। ਰੱਬ ਨੇ ਫਿਰ ਇਹਦੇ ਨਾਲ ਇੱਕ ਖੇਡ ਖੇਡੀ, ਇਹਨੂੰ ਮਾਰਨ ਵਾਲੇ ਕਿ ਇਹਦੇ ਘਰੇ ਪੁੱਤ ਭੇਜਿਆ ਪ੍ਰਹਿਲਾਦ। ਬੰਦਗੀ ਵਾਲਾ ਇਸ ਕਰਕੇ ਉਹ ਨਿਕਲਿਆ ਵੀ ਕਿਸੇ ਰਾਜੇ ਨੇ ਇਹਦੇ 'ਤੇ ਹਮਲਾ ਕੀਤਾ ਹਰਨਾਕਸ਼ ਦੇ ਰਾਜ ਦੇ ਉੱਪਰ, ਕਿ ਉਹ ਇਹਦੀ ਘਰਵਾਲੀ ਨੂੰ ਬੰਦੀ ਬਣਾ ਕੇ ਲਿਜਾ ਰਹੇ ਹਨ। ਉਹ ਜਦੋਂ ਬੰਦੀ ਰਸਤੇ 'ਚ ਕੋਈ ਮਿਲਿਆ ਸਿਆਣਾ, ਉਹਨੇ ਕਿਹਾ ਵੀ ਹਰਨਾਕਸ਼ ਦੀ ਪਤਨੀ, ਇਹਦਾ ਤਾਂ ਕਸੂਰ ਕੋਈ ਨਹੀਂ, ਬਿਨਾਂ ਕਸੂਰ ਤੋਂ ਕਿਸੇ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਰਸਤੇ 'ਚ ਉਹਨੂੰ ਛੱਡ ਦਿੱਤਾ, ਜਾ ਭਾਈ ਆਪਣੇ ਰਾਜ 'ਚ। ਹੁਣ ਉਹ ਇਕੱਲੀ, ਉੱਥੇ ਕੋਈ ਸਾਧੂਆਂ ਦਾ ਟੋਲਾ ਸੀ, ਉੱਥੇ ਉਹ ਸੇਵਾ 'ਤੇ ਲੱਗ ਗਈ। ਉਹਦੇ ਘਰੇ ਹੁਣ ਬੱਚਾ ਜਨਮ ਲੈਣ ਵਾਲਾ ਹੈ। ਉਹ ਸਾਧੂਆਂ ਦੀ ਸੇਵਾ, ਉਹ ਸਾਧੂ ਕਹਿੰਦੇ ਵੀ ਭਾਈ ਅਸੀਂ ਬਾਹਰ ਨਹੀਂ ਨਿਕਲ ਸਕਦੇ, ਜਦੋਂ ਅਸੀਂ ਜਾਵਾਂਗੇ ਤੁਹਾਡੇ ਘਰੇ ਤੁਹਾਨੂੰ ਸਲਾਮਤ ਪਹੁੰਚਾਵਾਂਗੇ। ਉੱਥੇ ਪ੍ਰਸ਼ਾਦੇ ਪਾਣੀ ਦੀ ਸਾਧੂਆਂ ਦੀ ਸੇਵਾ ਕਰਦੀ ਰਹੀ ਤੇ ਬੰਦਗੀ ਕਰਦੀ ਰਹੀ ਨਾਲ ਨਾਲ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ। ਸਾਧੂਆਂ ਦਾ ਸੰਗ ਹੋ ਜੇ, ਚਿੱਤ ਨਿਰਮਲ ਹੋ ਜਾਂਦਾ ਹੈ। ਜਾਂ ਅੰਚਲ ਗਏ ਕਿ ਸਾਧ ਕਾ ਤਰਨਾ, ਇਹੋ ਸੰਸਾਰ। ਭਾਵੇਂ ਗੁਰੂ ਅਰਜਨ ਨੇ ਭਲੇ ਪੁਰਖਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਅਰਦਾਸ 'ਚ ਵੀ ਅਸੀਂ ਮੰਗਦੇ, ਸਹੀ ਪਿਆਰੇ ਮੇਲ, ਭਾਵੇਂ ਕਿ ਉੱਥੋਂ ਚੰਗੀ ਸਿੱਖਿਆ ਮਿਲਦੀ ਜਿੱਥੋਂ ਸਾਨੂੰ ਗ੍ਰਹਿਣ ਕਰ ਲੈਣੀ ਚਾਹੀਦੀ ਹੈ, ਜਿੱਥੋਂ ਗਿਆਨ ਮਿਲੇ ਸਾਨੂੰ ਲੈ ਲੈਣਾ ਚਾਹੀਦਾ। ਉਹ ਸਾਧੂਆਂ ਦੀ ਸੇਵਾ, ਬੱਚਾ ਗਰਭ 'ਚ ਸੀ ਤੇ ਉਹ ਫਾਲੇ ਮਿਲਿਆ। ਪ੍ਰਹਿਲਾਦ ਪੁੱਤਰ ਭਗਤ ਹਰਨਾਕਸ਼ ਦੇ ਘਰੇ ਆ ਗਿਆ ਜੀ। ਪੁੱਤਰ ਜਨਮਿਆ ਤੇ ਉਹਨੂੰ ਸੰਡੇ ਮਰਕੇ ਕੋਲ ਪੜ੍ਹਨੇ ਪਾ ਦਿੱਤਾ। ਸੰਡਾ ਮਰਕਾ ਦੇ ਟੀਚਰ ਸਨ। ਹਰਨਾਕਸ਼ ਕਹਿੰਦੇ ਇਹਨੂੰ ਇਹੀ ਪੜ੍ਹਾਉਣਾ ਵੀ ਤੇਰਾ ਬਾਪ ਹੀ ਰੱਬ ਹੈ ਇੱਥੇ, ਤੁਸੀਂ ਇਹਨੂੰ ਪੜ੍ਹਾਓ। ਜਲੇ ਹਰਨਾਕਸ਼ ਥਲੇ ਹਰਨਾਕਸ਼, ਜਲੇ ਹਰੀ ਥਲੇ ਹਰੀ ਨਹੀਂ ਪੜ੍ਹਾਉਣਾ। ਉਹ ਸੰਡੇ ਮਰਕੇ ਨੇ ਕਿਹਾ, ਕਹਿੰਦੇ ਉਹ ਫੱਟੀ ਤੇ ਲਿਖ ਜਲੇ ਹਰਨਾਕਸ਼ ਥਲੇ ਹਰਨਾਕਸ਼। ਉਹ ਪ੍ਰਹਿਲਾਦ ਕਹਿੰਦਾ ਹਰਨਾਕਸ਼ ਤੇ ਮੇਰਾ ਬਾਪ ਹੈ। ਉਹ ਕਹਿੰਦੇ ਉਹੀ ਰੱਬ। ਕਹਿੰਦਾ ਮਨੁੱਖ ਰੱਬ ਨਹੀਂ ਹੋ ਸਕਦਾ, ਇਹ ਕੁਦਰਤੀ ਰੱਬੀ ਜਿਹਨੂੰ ਗਿਆਨ ਹੋਵੇ। ਉਹ ਉਹਦੇ 'ਤੇ ਬਹੁਤ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਿੱਖਿਆ, ਕਿਸੇ ਨੂੰ ਗੁਰੂ ਧਾਰਨ ਕੀਤਾ। ਬਹੁਤ ਆਏ ਜਿਨ੍ਹਾਂ ਨੂੰ ਰੱਬ ਨੇ ਭੇਜਿਆ ਸੰਸਾਰ ਦੇ ਉੱਪਰ। ਉਹ ਬੰਦਗੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਰੱਬ ਤੋਂ ਧੁਰ ਤੋਂ ਸਾਜੇ ਗੁਰੂ ਸਨ। ਉਹਨਾਂ ਨੂੰ ਗੁਰੂ ਬਣਾਇਆ ਨਹੀਂ ਕਿਸੇ ਨੇ, ਉਹ ਧੁਰ ਤੋਂ ਹੀ ਗੁਰੂ ਸਨ। ਬਹੁਤੇ ਮਹਾਂਪੁਰਖ ਆਏ ਜਿਹੜੇ ਜਨਮ ਤੋਂ ਹੀ ਉਹ ਰੱਬ ਨਾਲ ਜੁੜੇ ਹੋਏ ਹਨ। ਹਾਂ, ਕਈਆਂ ਨੇ ਬੜਾ ਸਟਰਗਲ ਕੀਤਾ, ਕਈਆਂ ਨੇ ਉਹ ਪਰਮਾਤਮਾ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਗੁਰੂ ਧਾਰਨ ਕੀਤਾ, ਉਹਨਾਂ ਨੇ ਰੱਬ ਦੀ ਬੰਦਗੀ ਕੀਤੀ, ਫਿਰ ਜਾ ਕੇ ਕਿਤੇ ਅਵਸਥਾ ਬਣੀ। ਹੁਣ ਉਹ ਸੰਡਾ ਮਰਕਾ ਆਣ ਕੇ ਹਰਨਾਕਸ਼ ਨੂੰ ਕਹਿੰਦੇ ਵੀ ਇਹ ਸਾਡੇ ਆਖੇ ਨਹੀਂ ਲੱਗਦਾ, ਇਹ ਤੇ ਅਸੀਂ ਇਹਨੂੰ ਕਹਿੰਦੇ ਤੂੰ ਜਲੇ ਹਰਨਾਕਸ਼ ਥਲੇ। ਇਹ ਤੇ ਕਹਿੰਦਾ ਸਾਰਿਆਂ ਪਾਸਿਆਂ ਤੇ ਰਾਮ ਰਮਿਆ, ਇਹ ਕਹਿੰਦੇ ਜਲੇ ਹਰੀ ਥਲੇ ਹਰੀ। ਇਹ ਤੇ ਆਪ ਵਿਗੜਿਆ, ਸਭ ਚਾਟੜੇ ਵਿਗਾੜੇ, ਆਪ ਤੇ ਵਿਗੜਿਆ, ਨਾਲ ਦੇ ਸਾਥੀਆਂ ਨੂੰ ਵੀ ਕਹਿੰਦਾ ਵੀ ਤੁਸੀਂ ਰਾਮ ਦਾ ਨਾਮ ਜਪੋ, ਮੇਰਾ ਬਾਪ ਰੱਬ ਨਹੀਂ ਹੈ। ਖੀਰ ਨੂੰ ਹਰਨਾਕਸ਼ ਆਪਣੇ ਪੁੱਤਰ ਨੂੰ ਮਾਰਨ 'ਤੇ ਤਿਆਰ ਹੋ ਗਿਆ ਵੀ ਇਹਨੂੰ ਖਤਮ ਹੀ ਕਰ ਦਿਓ ਜੇ ਮੇਰੀ ਬਗਾਵਤ ਕਰਦਾ। ਇੱਕ ਭਗਤ ਪ੍ਰਹਿਲਾਦ ਹੋਇਆ ਜਿਹੜਾ ਬਾਗੀ ਭਗਤ ਹੈ, ਜਿਹਨੇ ਆਪਣੇ ਬਾਪ ਦੀ ਮੁਖਾਲਫਤ ਕੀਤੀ ਹੈ। ਨਿੱਕਾ ਜਿਹਾ ਬੱਚਾ, 5 ਸਾਲ ਦਾ ਬੱਚਾ ਆਪਣੇ ਬਾਪ ਦੇ ਸਾਹਮਣੇ ਅੜ ਜੇ ਵੀ ਤੂੰ ਗਲਤ ਹੈ, ਬੜੀ ਵੱਡੀ ਗੱਲ ਹੈ। ਉਹ ਫਿਰ ਕਈ ਵਾਰੀ ਮਾਰਨ ਦਾ ਯਤਨ ਕੀਤਾ। ਉਹ ਇਤਿਹਾਸ ਕਹਿੰਦਾ ਇਹਨੂੰ ਪਹਾੜ ਤੋਂ ਲਿਜਾ ਕੇ ਧੱਕਾ ਵੀ ਦਿੱਤਾ ਗਿਆ, ਪਰ ਇਹ ਖਤਮ ਨਹੀਂ ਹੋਇਆ। ਇਹਨੂੰ ਸੱਪਾਂ ਵਾਲੇ ਕਮਰੇ 'ਚ ਤਾੜ ਦਿੱਤਾ ਗਿਆ, ਸੱਪਾਂ ਨਾਲ ਖੇਡਦਾ ਰਿਹਾ, ਕਿਸੇ ਨੇ ਡੰਗ ਨਹੀਂ ਮਾਰਿਆ। ਇਹਨੂੰ ਪਾਣੀ 'ਚ ਰੋੜ ਦਿੱਤਾ ਗਿਆ, ਪਾਣੀ ਨੇ ਡੁੱਬਿਆ ਨਹੀਂ। ਅਖੀਰ ਨੂੰ
ਉਹ ਹੋਲਕਾ ਹਰਨਾਕਸ਼ ਦੀ ਭੈਣ ਨੂੰ ਕਹਿੰਦੀ ਸੀ ਮੈਂ ਖਤਮ ਕਰ ਦੇਣੀ ਹੈ। ਦਾਸ ਨੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ, ਇਸ ਕਰਕੇ ਮੈਂ ਕੱਲ੍ਹ ਨਹੀਂ ਸੀ ਇਤਿਹਾਸ ਛੇੜਿਆ ਵੀ ਚਲੋ ਆਪਾਂ ਅੱਜ ਦੇ ਦਿਨ ਦੋ ਕੁ ਬੇਨਤੀਆਂ ਹੋਲੀ ਅਤੇ ਹੋਲੇ ਮਹੱਲੇ ਦੀ ਕਰਾਂਗੇ। ਹੁਣ ਭੂਆ ਭਤੀਜੇ ਨਾਲ ਬਹੁਤ ਪਿਆਰ ਕਰਦੀ ਹੈ, ਪਰ ਬਿਰਤੀ ਦੀ ਗੱਲ ਹੈ ਨਾ ਵੀ ਭੂਆ ਆਪਣੇ ਨਿੱਕੇ ਜਿਹੇ ਭਤੀਜੇ ਨੂੰ ਅੱਗ 'ਚ ਸਾੜ ਕੇ ਮਾਰਨ ਦੀ ਗੱਲ ਕਰਦੀ। ਹਰਨਾਕਸ਼ ਇਕੱਲਾ ਹੀ ਦੈਂਤ ਨਹੀਂ ਸੀ, ਇਹਦਾ ਮਤਲਬ ਉਹ ਦੂਸਰੀ ਵੀ ਉਹਦੀ ਭੈਣ ਵੀ ਦੈਂਤ ਬਿਰਤੀ ਵਾਲੀ, ਜਿਹੜਾ 5 ਸਾਲ ਦੇ ਬੱਚੇ ਨੂੰ ਮਾਰਨ ਬਾਰੇ ਵਿਉਂਤ ਘੜਨਾ ਹੀ ਸ਼ੁਰੂ ਕਰੇ ਜਾਂ ਮਾਰਨ ਦੀ ਕੋਸ਼ਿਸ਼ ਕਰੇ, ਉਹ ਹਰਨਾਕਸ਼ ਹੀ ਤੇ ਹੈ, ਭਾਵੇਂ ਅੱਜ ਵੀ ਕਿਉਂ ਨਾ ਹੋਵੇ। ਉਹ ਬਿਰਤੀ ਤੇ ਹਰਨਾਕਸ਼ ਹੋਲਕਾ ਵਾਲੀ ਹੈ। ਉਹ ਕਹਿੰਦੀ ਜੀ ਮੈਨੂੰ ਵਰ ਮਿਲਿਆ ਹੈ ਵੀ ਮੈਂ ਇੱਕ ਚਾਦਰ ਸੀ ਉਹਦੇ ਕੋਲ ਵੀ ਓੜ ਕੇ ਮੈਂ ਮਾਰਾਂਗੀ ਅੱਗ 'ਚ ਛਾਲ, ਤੇ ਚਾਦਰ ਮੈਨੂੰ ਸੜਨ ਨਹੀਂ ਦੇਗੀ, ਕਿਉਂਕਿ ਵਰ ਹੈ ਵੀ ਮੈਨੂੰ ਅੱਗ ਨਹੀਂ ਲੱਗੇਗੀ, ਤੇ ਬੱਚੇ ਨੂੰ ਮੈਂ ਚੁੱਕ ਲਾਂਗੀ ਬੁਕਲ 'ਚ ਪ੍ਰਹਿਲਾਦ ਨੂੰ, ਅੱਗ 'ਚ ਡਿੱਗ ਪਾਂਗੀ, ਬੱਚੇ ਨੇ ਸੜ ਜਾਣਾ, ਮੈਂ ਮਰ ਜਾਵਾਂਗੀ, ਤੇਰਾ ਇਹ ਕਾਰਜ ਹੋ ਜਾਏਗਾ। ਔਰ ਹਰਨਾਕਸ਼ ਨੂੰ ਕਹਿੰਦੀ ਉਹ ਥੱਲੇ ਬਹੁਤ ਅੱਗ ਬਾਲ ਕੇ ਛੱਤ ਦੇ ਉੱਪਰ ਚੜ੍ਹ ਜਾਂਦੀ ਹੈ, ਪ੍ਰਹਿਲਾਦ ਨੂੰ ਬੁਕਲ 'ਚ ਲੈ ਕੇ ਛਾਲ ਮਾਰਦੀ ਅੱਗ ਦੇ ਅੰਦਰ, ਉਹ ਚਾਦਰ ਉੱਡ ਜਾਂਦੀ ਹਵਾ ਪੈ ਕੇ, ਤੇ ਇਹ ਅੱਗ 'ਚ ਡਿੱਗ ਕੇ ਸੜ ਜਾਂਦੀ, ਪ੍ਰਹਿਲਾਦ ਪਾਸੇ ਡਿੱਗ ਪੈਂਦਾ ਅੱਗ ਤੋਂ, ਉਹ ਬਚ ਜਾਂਦਾ। ਆਹ ਦਿਨ ਹੋਲੀ ਮਨਾਈ ਜਾਂਦੀ ਸੀ ਵੀ ਹੋਲਕਾ ਦਹਿਣ ਹੋਇਆ ਵੀ ਅੱਗ 'ਚ ਸੜ ਗਈ। ਹਰਨਾਕਸ਼ ਉਹ ਜਿਹੜਾ ਉਹ ਮਾਰਨਾ ਚਾਹੁੰਦਾ, ਰੱਬ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ, ਭਗਤ ਦੀ ਜਿੱਤ ਹੋਈ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਚ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤਾਂ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਕਸ਼ ਮਾਰ ਬਚਾ। ਜਦੋਂ ਨਹੀਂ ਸੜਿਆ ਨਾ ਹੋਲਕਾ ਸੜ ਗਈ, ਇਹ ਖੁਸ਼ੀ ਮਨਾਈ ਲੋਕਾਂ ਨੇ ਵੀ ਪ੍ਰਹਿਲਾਦ ਬਚ ਗਿਆ, ਹੋਲਕਾ ਸੜ ਗਈ। ਫਿਰ ਖੀਰ ਨੂੰ ਹਰਨਾਕਸ਼ ਨੇ ਤਲਵਾਰ ਭੂਲੀ, ਪਹਿਲਾਂ ਤਾਂ ਕਹਿੰਦੇ ਇੱਕ ਥੰਬ ਗਰਮ ਕੀਤਾ ਬਿਲਕੁਲ ਲਾਲ, ਅਤੇ ਪ੍ਰਹਿਲਾਦ ਨੂੰ ਕਿਹਾ ਗਿਆ ਵੀ ਇਹਨੂੰ ਜੱਫਾ ਪਾਓ, ਇਹਨੂੰ ਆਪਣੇ ਬੁਕਲ 'ਚ ਲੈ ਥੰਬ। ਪ੍ਰਹਿਲਾਦ ਪਹਿਲਾਂ ਤਾਂ ਡਰ ਕੇ ਉਹਨੂੰ ਅੱਗ ਨੂੰ ਹੱਥ ਕੌਣ ਪਾਵੇ। ਫਿਰ ਕਹਿੰਦੇ ਇੱਕ ਕੀੜੀ ਤੁਰੀ ਹੋਈ ਉਹਦੇ 'ਤੇ ਨਜ਼ਰ ਆਈ, ਕੀੜੀ ਤੁਰੀ ਹੋਈ, ਅਤੇ ਕਹਿੰਦਾ ਵੀ ਇਹਦਾ ਮਤਲਬ ਰੱਬ ਨੇ ਸੰਕੇਤ ਦਿੱਤਾ ਜੇ ਕੀੜੀ ਨੂੰ ਇਹ ਅੱਗ ਥੰਬ ਲਾਲ ਨਹੀਂ ਸਾੜ ਰਿਹਾ, ਮੇਰੀ ਵੀ ਰੱਖਿਆ ਹੋਊਗੀ, ਉਹਨੇ ਫਿਰ ਵੀ ਰੱਖਿਆ ਹੋਈ। ਉਹ ਥੰਬ ਜਿਹੜਾ ਲਾਲ ਸੀ ਬਿਲਕੁਲ ਗਰਮ, ਉਹਨੇ ਨੁਕਸਾਨ ਨਹੀਂ ਕੀਤਾ। ਫਿਰ ਤਲਵਾਰ ਧੂਲੀ ਹਰਨਾਕਸ਼ ਨੇ, ਕਹਿੰਦਾ ਹੁਣ ਤੈਨੂੰ ਮੇਰੇ ਤੋਂ ਕੌਣ ਬਚਾਏਗਾ, ਕਰ ਆਪਣੇ ਰੱਬ ਨੂੰ ਯਾਦ, ਕਰ ਰਾਮ ਨੂੰ ਯਾਦ। ਤੇ ਪ੍ਰਹਿਲਾਦ ਹੱਸ ਪਿਆ, ਕਹਿਣ ਲੱਗਾ ਜੇ ਰੱਬ ਹੈ ਤੇ ਮੈਨੂੰ ਬਚਾਏਗਾ ਜ਼ਰੂਰ। ਇਹ ਵਿਸ਼ਵਾਸ ਸਾਰਿਆਂ ਦੇ ਰੱਬ 'ਤੇ ਹੋਣਾ ਚਾਹੀਦਾ। ਉਹ ਕਹਿੰਦਾ ਜੇ ਉਹ ਹੈ ਤੇ ਮੈਨੂੰ ਬਚਾਏਗਾ। ਹਰਨਾਕਸ਼ ਨੇ ਜਦੋਂ ਤਲਵਾਰ ਧੂਲੀ ਤੇ ਆਪਣੇ ਪੁੱਤ ਦਾ ਹੀ ਸਿਰ ਵੱਢਣ ਲੱਗਾ, ਵੇਖੋ ਇਹ ਸਿਆਸਤ ਹੈ ਵੀ ਇਹ ਮੇਰੀ ਮੁਖਾਲਫਤ ਕਰ ਰਹੇ, ਇਹਨੂੰ ਖਤਮ ਕਰ ਦਿਓ। ਉਹ ਫਿਰ ਕਹਿੰਦੇ ਰੱਬ ਨਰਸਿੰਘ ਦਾ ਰੂਪ ਧਾਰਨ ਕਰਕੇ ਆਇਆ। ਹੁਣ 12 ਵਰ ਵੀ ਇਹਨੇ ਹਰਨਾਕਸ਼ ਨੇ ਲਏ ਸੀ ਵੀ ਮੇਰੇ 12 ਵਰ ਵੀ ਮੈਂ ਕਦੇ ਮਰਾਂਗਾ ਨਹੀਂ। ਉਹ ਕਹਿੰਦੇ ਸ਼ਾਮ ਦਾ ਅੱਧਾ ਕੁ ਸੂਰਜ ਡੁੱਬਿਆ ਸੀ, ਉਹ ਹਰਨਾਕਸ਼ ਨੇ ਫਿਰ ਸਾਰੇ ਵਾਰੇ ਨੂੰ ਯਾਦ ਕਰਵਾਏ, ਕਹਿਣ ਲੱਗਾ 10 ਵੀ ਹੁਣ ਦਿਨ ਹੈ ਕਿ ਰਾਤ, ਅੱਧਾ ਸੂਰਜ ਖੜਾ ਮੇਰਾ ਨਾ ਦਿਨ ਨਾ ਰਾਤ, ਥੋੜ੍ਹਾ ਜਿਹਾ ਹਨੇਰਾ ਅਤੇ ਥੋੜ੍ਹਾ ਜਿਹਾ ਚਾਨਣਾ। ਉਹ ਨਰਸਿੰਘ ਨੇ ਉਹਨੂੰ ਚੁੱਕ ਕੇ ਆਪਣੀਆਂ ਲੱਤਾਂ 'ਤੇ ਪਾ ਲਿਆ, ਕਹਿੰਦਾ 10 ਧਰਤੀ 'ਤੇ ਹੈ ਕਿ ਆਕਾਸ਼ 'ਚ ਲੜਕ ਤੇ ਹੁਣ ਵਿੱਚ ਰਿਹਾ, ਨਾ ਧਰਤੀ 'ਤੇ ਕੱਢ ਲੱਗੀ ਨਾ ਆਕਾਸ਼ 'ਚ ਲੜਕਦਾ। ਉਹ ਤੇ ਨਰਸਿੰਘ ਸਾਰੇ ਵਰ 10 ਅੰਦਰ ਕੇ ਬਾਹਰ ਦਹਲੀਜ਼ 'ਚ ਉਹਨੇ ਕਰ ਲਿਆ, ਅੱਧਾ ਅੰਦਰ ਅੱਧਾ ਬਾਹਰ, ਸਾਰੇ 12 ਵਾਰੇ ਦੇ ਪੂਰੇ ਕੀਤੇ। ਅਤੇ ਹੁਣ ਕਹਿੰਦਾ ਮੇਰੇ ਵੱਲ ਵੇਖ, ਮੈਂ ਮਨੁੱਖ ਹੈ ਕਿ ਸ਼ੇਰ। ਨਰ ਮਨੁੱਖ ਨੂੰ ਕਹਿੰਦੇ, ਸਿੰਘ ਸ਼ੇਰ ਨੂੰ ਕਹਿੰਦੇ। ਨਰ ਸਿੰਘ ਉਹਦਾ ਮੂੰਹ ਜਿਹੜਾ ਸ਼ੇਰ ਵਾਲਾ ਸੀ, ਅਤੇ ਹੱਥ ਜਿਹੜੇ ਦੂਸਰਾ ਉਹ ਜਿਹੜਾ ਸਰੀਰ ਸੀ ਉਹ ਮਨੁੱਖ ਦਾ। ਕਹਿੰਦਾ ਨਾ ਮਨੁੱਖ ਨਾ, ਕਹਿੰਦਾ ਦੱਸ ਮੇਰੇ ਕੋਲ ਕੋਈ ਸ਼ਸਤਰ, ਕਹਿੰਦਾ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰਨਾਕਸ਼ ਛੇਦਿਓ ਨੱਖ ਬਦਾਰ, ਨੱਖ ਨਹੁੰਆਂ ਨੂੰ ਕਹਿੰਦੇ ਆ। ਉਹ ਨਰਸਿੰਘ ਰੂਪ ਨੇ, ਆਪਣੇ ਨਹੁੰ ਬੜੇ ਵੱਡੇ ਵੱਡੇ ਸਨ ਉਹਦੇ, ਉਹਨੇ ਨਹੁੰਾਂ ਦੇ ਨਾਲ ਆਂਦਰਾਂ ਖਿੱਚ ਲਈਆਂ ਹਰਨਾਕਸ਼ ਦੀਆਂ, ਆਪਣੇ ਗੋਡਿਆਂ ਦੇ ਉੱਪਰ ਇਹਨੂੰ ਮੂਧਾ ਪਾ ਦਿੱਤਾ, ਆਂਦਰਾਂ ਖਿੱਚ ਕੇ ਇਹਨੂੰ ਮਾਰ ਦਿੱਤਾ। ਹਰਨਾਕਸ਼ ਮਰਿਆ ਅਤੇ ਪ੍ਰਹਿਲਾਦ ਦੀ ਜਿੱਤ ਹੋਈ। ਇਹ ਜਿਹੜਾ ਦਿਹਾੜਾ ਮਨਾਇਆ ਜਾਂਦਾ ਹੋਲੀ, ਮਹਾਰਾਜ ਨੇ ਕਹਿੰਦਾ ਫਿਰ ਲੋਕਾਂ 'ਚ ਉਹ ਕ੍ਰੀਤੀਆਂ ਆਈਆਂ ਵੀ ਰੰਗ ਡੋਲਣ ਲੱਗੇ ਇੱਕ ਦੂਸਰੇ ਉੱਤੇ, ਨਸ਼ਾ ਕਰਨ, ਭੰਗ ਪੀਣ ਲੱਗੇ, ਨਸ਼ਾ ਕਰਨ ਲੱਗੇ, ਜਾਂ ਹੋਰ ਉਹ ਕਿਸੇ ਨੂੰ ਬੇਇੱਜ਼ਤ ਕਰਨ ਉੱਤੇ ਰੰਗ ਪਾ ਕੇ ਰਸਤੇ 'ਚ ਜਾਂਦਿਆਂ, ਸ਼ਰਾਬ ਪੀਣੀ, ਜੂਆ ਖੇਡਣਾ ਇਸ ਦਿਨ,
महाराज कहते सिखो असी तो ये नहीं कुछ करने वाले हैं। महाराज ने फिर अडरा, महाराज ने फिर इनू होला तो मुहल्ला, होला कहते हल्ला करना, मुहल्ला कहते ने वो जगह में जिथे जाके लड़ना होता है, ਇਹਦਾ अर्थ ये है होला हल्ला करना किते जाके। महाराज कहते तुसी इस दिन रंग नहीं डोलना है, शरीर ते असीं कोई रंग नहीं लाउणा है। महाराज कहते लाल रंग तिस को लगा जिस के वडभागा, तुसी अपने अंदर नूं नाम का रंग लाउणा है। जा जाको हार रंग लागो इस जुग में सो कहियत है, सूरा होली कीनी संत सेव रंग लागा अत लाल देव। बड़े पुरखों की सेवा करनी, होली खेडनी है, नाम रंग उन्होंने को बैठ के अपनी आत्मा को चाड़ लेना, यही होली खेडनी है। असी कच्चे रंग शरीरां ते ने। हाँ उदों पहला जिहड़ा हुंदा सी, चलो जे ये खालसे खेडते अज भी निहंग सिंह जाते, वो रंग भी पाउंदे एक दूसरे के उपर, तो वो दूजियां कृतियां नहीं करते, वो एक खुशी है, वो एक माहौल वो इहो जिहा बन जाता है। वो फिर उत्थे वो अज खेडते हैं, एक जगह निश्चित कर देंगे सन। महाराज दो धिरां बना देते सन, दो जथे कह लो, दो दल कह लो, तो महाराज ने उन्होंने कहना भाई फलाने थां ते जाके तुसीं एक दूसरे के नाल जूझना। वो फिर जूझते सन, हल्ला करते सन महल्ले वाली जगह के उपर। फिर उत्थे जिहड़ा जितदा सी महाराज उन्होंने सरोपे दे के सन्मानित करते हैं। तो महाराज ने उस समय कहा कहते इस तरह बुराई दे नाल जूझना तुसीं। बुराई एक गुरमुखो आत्मक बलवानता का प्रतीक है एक ये होला महला जिहड़ा। निहंग सिंह ना हुण भी खेडते हैं घोड़ दौड़, वो शस्त्र विद्या वो फट लग जाते, परवाह नहीं करते निहंग सिंह। इन्ना को उन्होंने अंदर जाहो जलाल भरिया होंदा है, वो बड़ी चढ़ती छाला मार के एक दूसरे के उपरों की लंघ जाते, दो दो घोड़िया की सवारी करते हैं। एक चढ़ती कला का प्रतीक है होला महला जिहड़ा। और गुरु साहब ने यही गल कि साढ़े वास्ते सदा ही जिथे बुराई उत्थे कुर्बान चुको नाम का रंग। असी मारिया सिक्का जगत विच नानक निर्मल पंथ चलाए तो लैके खालसा पंथ तक का साडा सफर है। महाराज कहते सदा ही तैयार पर तैयार होना चाहिए, माला भी होनी चाहिए है तो कृपाण भी होनी चाहिए हथ के अंदर। गुरु असल के अंदर ना जूझते कौन रहे, शहादतां किन्हां दी होईयां जिन्होंने गुरबाणी को पढ़िया। शहादतां पता क्यों होईयां, सच पता लग गया भी मरना तो एक दिन है ही है। और माया बोझ तो एवं ही फसे हैं, संसार तो नाशवान है। ਜਿਹੜੇ ਮੋਹ 'ਚ ਫਸੇ ਨੇ ਉਹ नहीं कुर्बानी कर सकते। कुर्बानी उन्होंने की ਜਿਹੜੇ बाणी पढ़ते हैं, जिन्होंने असलीयत का पता लग गया संसार झूठ है, जाना तो एक दिन है, एक उन्होंने चढ़ती कला के नाल जाइए। महाराज ने ये दिहाड़ा सानू बख्शिश किया, भाई तुसी कोई होली नहीं, किसी ते कोई गंदा रंग नहीं, गंदा पानी मैला नहीं पाउणा, कोई किसी को बेपत नहीं करना, किसी को कोई वो पुरातन समय तो यो वो निके निके होंगे हुण तो समझ आ गई गुरबाणी का प्रचार है। उन्हें तो वो भईए आते होंगे हैं उन्होंने गलियां च खेडना, वो सारा सारा दिन वो लोगों ने पिछे तुरे होण ते वो एक गुरु घर च हाजरी। वो दो विद्वान रस्ते च बैठे थे जीपां के उपर मोटरसाइकिलों के उपर भावें नौजवान लंघे, उन्होंने कन्ना च नथियां भी पाईयां, केस भी कटे हुए हैं, और रौला भी पाउंदे जांदे। एक विद्वान कहता मंडीर वेख के मैं तुरी फिरदी है इत्थे आनंदपुर साहिब। वो दूसरा सियाणा विद्वान कहता इन्हूं मंडीर ना कहे, भी मेरा दिल नहीं करता इन्हूं मंडीर। कहता क्यों मंडीर है, केस कटे हुए, कन्ना च नथियां पाईयां, किवें लंडियां जीपां ते बुलट मोटरसाइकिलों के गेड़े कढ़दे फिरदे है। उन्हें बड़े प्यारे अगले ने बोल के वो कहन लगा, कहता भी चलो तेरी नज़रों से मंडीर हो सकती है। उन्हें बड़े प्यारे बोल के कहते सानू हरेक पासों खत्म करने का यतन किया गया। उन्होंने साढ़े केस कटवा दिते है, साढ़े कन्ना च नथियां पवा दित्तियां, सानू नशे ते ला दिता, वाधू खुला नशा, सिलेंडर किसी के घर पहुँचे ना पहुँचे, नशा लोगों के घरें पहुँचाया, बड़ा कुछ पहुँचाया उन्होंने। तो कहता भी आ चीज़ तो दूर नहीं कर सके भी आनंदपुर साहिब वो फिर भी अंदरों वो जिहदी अंदर जमीर जोंदी आनंदपुर साहिब फिर भी वो कहते उन्ना चिर साडी कौम कदे नहीं खत्म हो सकेगी जिन्ना चिर साडे नौजवान होले महल्ले ते आनंदपुर साहिब और साहिबजादियां दी शहीदी दिहाड़े ते फतेहगढ़ साहिब हाजरियां भरते रहणगे। कहता इस चीज़ तो नहीं सरकारां ढा सकियां, इस चीज़ तो नहीं कोई ढा सकिया भी इन्होंने फतेहगढ़ ना जाण दिओ। इन्होंने कहते इन्हां दे अंदर DNA जिहड़ा गुरु गोबिंद सिंह साहिब दा है,
कोई गल नहीं अज इन्हां दे केस कतल ने, कोई गल नहीं अज इन्हें नत्थियां पा लियां, अस्कर इन्हां दे अंदर कुछ है तो सही ना जिहड़े आनंदपुर साहिब चल के आउंदे आ, संबंध तो किते ना किते इन्हां दा गुरु गोबिंद सिंह साहिब नाल जुड़िया है ना। आह चीज़ नहीं है इन्हां दे अंदरों वो नशे ते ला सकते, केस कतल करवा सकते हैं, होर कुछ कर सकते हैं, इन्हां नूं हाज़री भरन तो नहीं रोक सकते, हाज़री भरने फिर भी आ जाते हैं आनंदपुर साहिब की पावन धरती। इन्हां दे अंदरों इन्हां दियां रगां च गुरु गोबिंद सिंह साहिब का खून है। अज भी गुरमुख पारो तुसीं किते वेखो, चलो बंदा वेखण नूं नास्तिक लगेगा, जो उहदे कोल भीड़ बनेगी वो कुर्बानी देने लई अगे नौजवान खड़ जाते, छातियां तान के कहते खड़े होए हैं। वो पिछे ये स्पिरिट काम करती है, ये जो त्यार दिता है कोई माड़ी मोटी गल नहीं है। होला महला कढ़ना ये तो गुरु साहिब की बख्शिश वरतती है। होले महल्ले के दिहाड़े दियां भाई समुचियां संगतां नूं लख लख बधाइयां, सतगुरु किरपा करन। जिहो जिहा महाराज सानूं वेखना चाहुंदे सन उहो जिहे असीं बण जाइए किते। आ झूठे नकली जे दिहाड़ियां नालों त्योहारां नालों टुट के असीं असलीयत समझिए गुरु साहिब ने किवें सानूं जोड़िया सी। विसाखी का जोड़ मेला किन्ना किन्ना इतिहास है विसाखी का पिया। मसिया ते कत्ल होना है भी कोई कारण है, संगरांद ते गुरु घर हाज़री कारण है, कोई असीं क्यों आउणा है, इस ते सानूं विचार करनी चाहिए। आओ जी इन्नियां को बेनतियां इस दिहाड़े के संबंध च जो अज पावन सलूक है, अज के दीवाना च आपां ने 28 नंबर सलूक की विचार करनी है जी। गुरु तेग बहादुर साहिब महाराज जो बख्शिश वरता रहे हैं। विचार आरंभ करने तो पहला गुरु चरणों च हाज़री भरिए उचारण करो जी। वाहिगुरू जी का खालसा वाहिगुरू जी की फतेह। वाहिगुरू साहिब जी माया कारण धावते मूर्ख लोग अजान। ਆਪਾਂ ਨਾ ਸਲੋਕਾਂ ਦੀ ਵਿਚਾਰ ਲਗਾਤਾਰ ਕਰਦੇ ਆ ਰਹੇ। ਜਿੰਨੀ ਗੱਲ ਮਹਾਰਾਜ ਨੇ ਸਲੋਕਾਂ 'ਚ ਮਾਇਆ ਤੇ ਕੀਤੀ ਉਹਨੇ ਹੋਰ ਕਿਸੇ ਬਹੁਤਿਆਂ ਵਿਸ਼ਿਆਂ ਤੇ ਨਹੀਂ ਕੀਤੀ ਹੈ। ਵੈਸੇ ਬਹੁਤ ਵਿਸ਼ੇ ਨੇ ਭੂਖ ਦੇ ਸਲੋਕਾਂ 'ਚ, ਪਰ ਵਾਰ-ਵਾਰ ਮਹਾਰਾਜ ਮਾਇਆ ਦੀ ਗੱਲ ਕਰ ਰਿਹਾ ਹੈ। ਅੱਜ ਫਿਰ ਸਤਿਗੁਰਾਂ ਨੇ ਬਚਨ ਕਹੇ ਮਾਇਆ ਕਾਰਨ ਧਾਵ ਹੀ। ਧਾਵੀ ਦਾ ਅਰਥ ਪਤਾ ਕੀ ਹੈ? ਦੌੜਨਾ। ਕਹਿੰਦੇ ਮਨੁੱਖ ਪਤਾ ਭੱਜਾ ਫਿਰਦਾ ਕਿਉਂ ਹੈ, ਭੱਜਾ ਦੌੜਿਆ ਕਿਉਂ ਫਿਰਦਾ? ਮਾਇਆ ਦੀ ਖਾਤਰ। ਦਸ ਨੇ ਪੰਕਤੀਆਂ ਬਹੁਤ ਵਾਰੀ ਸਾਂਝੀਆਂ ਕੀਤੀਆਂ। ਜਿਸ ਧਨ ਕੋ ਚਾਰ ਕੁੰਡ ਉੱਠ ਧਾਵੇਂ। ਚਾਰ ਕੁੰਡ ਧਾਵੇਂ ਦਾ ਅਰਥ ਵੀ ਧਾਵ ਹੀ, ਵੀ ਦੌੜਨਾ ਭੱਜਣਾ ਹੈ। ਮਨੁੱਖ ਕਿੰਨੇ ਕਿੰਨੇ ਕੰਮ ਕਰਦਾ ਵਿਚਾਰਾ। ਰਾਤ ਨੂੰ ਕਿਤੇ ਡਿਊਟੀ ਕਰਦਾ, ਸਵੇਰੇ ਗੱਡੀ ਚਲਾਉਂਦਾ, ਫਰਾਲੇ ਥਾਂ 'ਤੇ ਫਿਰ ਇੱਥੇ ਜਾਂਦਾ ਦੌੜਦਾ। ਉਹ 4 ਰੁਪਈਏ ਮੇਰੇ ਕੋਲ ਆ ਜਾਣ। ਮਹਾਰਾਜ ਕਹਿੰਦੇ ਭੱਜਾ ਫਿਰਦਾ ਬੱਚਾ। ਮਾਇਆ ਕਾਰਨ ਧਾਵ ਹੀ ਮੂਰਖ ਲੋਕ। ਨਾਲ ਮਹਾਰਾਜ ਨੇ ਵੀ ਗੱਲ ਕਹਿ ਦਿੱਤੀ, ਮੂਰਖ ਲੋਕ ਅਜਾਣ। ਅਜਾਣ ਬੇਸਮਝ ਨੂੰ ਕਹਿੰਦੇ। ਕਹਿੰਦੇ ਮੂਰਖ ਮਾਇਆ ਪਿੱਛੇ ਹੀ ਭੱਜਦਾ ਹੈ, ਜਿਸ ਵਾਸਤੇ ਆਏ ਉਹਦੇ ਕਾਰਜ ਕਰਦਾ ਹੀ ਨਹੀਂ ਹੈ। ਮਾਇਆ ਚਾਹੀਦੀ ਹੈ, ਇਹ ਨਹੀਂ ਮਾਇਆ ਕੰਮ ਨਹੀਂ ਕਰਨਾ ਹੈ। ਆ ਗੁਰਦੁਆਰੇ ਉੱਠ ਕੇ ਜਾਈਏ ਆਪਣੇ ਆਪਣੇ ਕੰਮ 'ਤੇ, ਜਿੱਥੇ ਜਾਣਾ ਅਸੀਂ ਕਰਨਾ ਚਾਹੀਦਾ ਕੰਮ। ਮਾਇਆ ਵੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕੱਲਾ ਮਾਇਆ ਦੀ ਖਾਤਰ ਨਾ ਭੱਜਾ ਫਿਰ। ਇੱਕ ਸ਼ਬਦ ਹੈ ਮਹਾਰਾਜ ਦਾ, ਸਿੰਚੈ ਦਰਬ ਦੇਹੇ ਦੁੱਖ ਲੋਗ। ਕਹਿੰਦੇ ਮਨੁੱਖ ਨਾ ਲੋਕਾਂ ਨੂੰ ਦੁੱਖ ਦੇ ਕੇ ਮਾਇਆ ਇਕੱਠੀ ਕਰਦਾ। ਕਈ ਵਾਰੀ ਐਸਾ ਹੁੰਦਾ ਨਾ ਵੀ ਉਹ ਮੇਰੇ ਕੋਲ ਪੈਸੇ ਆ ਜਾਣ, ਮੈਂ ਕਿਸੇ ਨੂੰ ਦੁੱਖ ਦੇਣ ਲੱਗਿਆ ਵੀ ਦੇਰ ਨਹੀਂ ਲਾਉਣਾ। ਵੀ ਮੇਰੇ ਕੋਲ ਆ ਜਾਣ, ਮੈਂ ਦੁੱਖ ਦੇਣ ਲੱਗਿਆ ਦੇਰ ਨਹੀਂ ਲਾਉਣਾ। ਤੇ ਦੂਸਰਾ ਦੁਖੀ ਹੋਵੇ ਕੋਈ ਗੱਲ ਨਹੀਂ ਹੈ ਮੇਰੇ ਕੋਲ। ਕਈ ਵਾਰੀ ਬੰਦਾ ਆਪਣੇ 10 ਰੁਪਈਆਂ ਵਾਸਤੇ ਅਗਲੇ ਦੇ 90 ਰੁਪਈਆਂ ਦਾ ਨੁਕਸਾਨ ਕਰਦਾ। ਮੇਰੇ 10 ਰੁਪਏ ਬਚ ਜਾਣ, ਮੈਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ। ਮਹਾਰਾਜ ਕਹਿੰਦੇ ਸਿੰਚੈ ਦਰਬ, ਧਨ ਇਕੱਠਾ ਕਰਦਾ। ਦਰਬ ਮਾਇਆ ਨੂੰ ਕਹਿੰਦੇ। ਸਿੰਚੈ ਦਰਬ ਇਕੱਠੀ ਕਰਨੀ। ਦੇਹੇ ਦੁੱਖ ਲੋਕ, ਕਹਿੰਦੇ ਲੋਕਾਂ ਨੂੰ ਦੁੱਖ ਦਿੰਦਾ ਉਹ ਮਾਇਆ ਇਕੱਠੀ ਕਰਦਾ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਣ। ਤੇਰੇ ਕਾਜ ਨਾ ਅਮਰਾ ਜੋਗ। ਮਹਾਰਾਜ ਕਹਿੰਦੇ ਇਕੱਠੀ ਜਿੰਨੀ ਮਰਜ਼ੀ ਕਰ ਲਾ, ਕੰਮ ਤੇਰੇ ਬਹੁਤੇ ਆਉਣ ਵਾਲੀ ਨਹੀਂ ਹੈ। ਮਾਇਆ ਕਰਨ ਕਾਰਜ ਹੁੰਦੇ ਹੈ, ਇਹ ਨਹੀਂ ਹੈਗੇ ਬਹੁਤ ਕੁਝ ਮਾਇਆ ਕਰਕੇ, ਪਰ ਸਭ ਕੁਝ ਮਾਇਆ ਕਰਕੇ ਨਹੀਂ ਹੈ। ਮਹਾਰਾਜ ਨੇ ਅਗਲੇ ਬਚਨ ਕਹੇ, ਜਮ ਕੀ ਜੀਵ ਦੀ ਤੂੰ ਆਗੇ ਬੰਦ ਕਰ, ਅਹੰਕਾਰ ਹੋਏ ਵਰਤੈ ਅੰਧ। ਕਹਿੰਦੇ ਇਕੱਠੀ ਕਰ ਵੀ ਲੈਣਾ ਤੂੰ ਤੇ ਹਿੰਮਤ ਕਰਦਾ ਨਾ, ਮਾਇਆ ਆ ਵੀ ਜਾਂਦੀ ਹੈ। ਮਹਾਰਾਜ ਕਹਿੰਦੇ ਮਾਇਆ ਮਿਲਦੀ ਵੀ ਹਿੰਮਤੀਆਂ ਨੂੰ ਹੀ ਹੈ, ਉਦਮੀਆਂ ਨੂੰ ਹੈ। ਤੇ ਮਹਾਰਾਜ ਕਹਿੰਦੇ ਜਦੋਂ ਮਿਲ ਜਾਂਦੀ ਫਿਰ ਤੂੰ ਅਹੰਕਾਰ ਕਰ ਬੈਂਦਾ। ਮਹਾਰਾਜ ਨੇ ਵੀ ਗੱਲ ਨਾਲ ਕਹਿ ਦਿੱਤੀ, ਕਹਿੰਦੇ ਮਿਲ ਜਾਂਦੀ ਤੈਨੂੰ ਮਾਇਆ। ਮਿਹਨਤ ਕਰਦੇ ਨੇ ਕਈ ਬੰਦੇ ਬਹੁਤ, ਕਹਿੰਦੇ ਫਿਰ ਹੰਕਾਰ ਆ ਜਾਂਦਾ। ਮਾਇਆ ਵੀ ਆ ਗਈ ਨਾਲ, ਹੰਕਾਰ ਵੀ ਆ ਗਿਆ।
ਛਾੜ ਵਡਾਣੀ ਤਾਤ ਮੂੜੇ, ਕਹਿੰਦੇ ਉਹ ਤਾਤ ਮੂੜੇ ਦਾ ਅਰਥ ਮੂਰਖ ਹੈ। ਮਹਾਰਾਜ ਨੇ ਐਸ ਸ਼ਬਦ ਸਿੱਧਾ ਮੂਰਖ ਕਿਹਾ, ਉੱਥੇ ਮੂੜ ਕਿਹਾ, ਕਹਿੰਦੇ ਮੂਰਖ ਹੈ ਛੱਡਦੇ ਦਾ ਅੰਕਾਰ। ਮਾਇਆ ਨਾ ਛੱਡ, ਮਹਾਰਾਜ ਨੇ ਇਹ ਨਹੀਂ ਕਿਹਾ ਵੀ ਜੋ ਤੇਰੇ ਘਰੇ ਹੈਗੀ ਵਾਂਡਿਆ ਕਿਸੇ ਲੋਕਾਂ ਨੂੰ। ਮਹਾਰਾਜ ਕਹਿੰਦੇ ਮਾਇਆ ਵਰਤੇ ਨੂੰ ਕਾਰਜ ਕਾਰੇ ਦੇ ਨਾਲ, ਪਰ ਇਹਦਾ ਅੰਕਾਰ ਹੀ ਛੱਡਦੇ ਵੀ ਹੁਣ ਮੈਂ ਕਿਸੇ ਨਾਲ ਤੂੰ ਵਰਤਣਾ ਹੀ ਛੱਡਦੇ ਜਾਂ ਮਿਲ ਵਰਤਣਾ। ਇਹਾਂ ਬਸਣਾ ਰਾਤ ਮੂੜੇ, ਇੱਥੇ ਤੇ ਇੱਕ ਰਾਤ ਹੀ ਰਹਿਣਾ ਤੂੰ ਮੂਰਖਾ। ਅਹੰਕਾਰ ਕਿਸ ਗੱਲ ਦਾ ਕਰਦਾ। ਮਹਾਰਾਜ ਕਹਿੰਦੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਮਾਇਆ 'ਚ ਮਸਤ ਬੰਦਿਆ ਤੂੰ ਇੱਕ ਦਿਨ ਤੁਰ ਜਾਣਾ ਸੰਸਾਰ ਤੋਂ। ਕਿਹੜੀ ਤੇਰੇ ਨਾਲ ਜਾਣੀ ਹੈ? ਕਿਸੇ ਦੇ ਨਾਲ ਗਈ ਹੈ? ਤੇਰੇ ਨਾਲ ਵੀ ਕੋਈ ਨਹੀਂ ਜਾਣੀ ਹੈ। ਸਿਕੰਦਰ ਵਰਗੇ ਹੱਥ ਬਾਹਰ ਤੇ ਪੈਰ ਨੰਗੇ ਕਰਵਾ ਕੇ ਗਏ ਸਨ, ਲੋਕਾਂ ਨੂੰ ਪਤਾ ਲੱਗ ਜੇ ਵੀ ਕਬਰਾਂ 'ਚੋਂ ਮੁਰਦਿਆਂ ਦੇ ਮੂੰਹ 'ਚੋਂ ਵੀ ਧਨ ਕੱਢਿਆ। ਤੇ ਜਦੋਂ ਜਾਣ ਲੱਗਾ ਸਿਕੰਦਰ ਖਾਲੀ ਹੱਥੀਂ ਤੇ ਨੰਗੇ ਪੈਰੀ ਸੰਸਾਰ ਤੋਂ ਗਿਆ। ਮਹਾਰਾਜ ਇਹੀ ਤੇ ਗੱਲ ਸਾਨੂੰ ਕਹਿੰਦੇ। ਮਹਾਰਾਜ ਕਹਿੰਦੇ ਮੂਰਖਾ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਹੈ। ਰਾਤ ਰਹਿਓ ਤੂੰ ਸੰਗ ਸੁਪਨਾ, ਤੂੰ ਸੁਪਨੇ 'ਚ ਹੀ ਰਚਿਆ ਰਿਓ। ਹੈ ਝੂਠ, ਸੁਪਨਾ ਕੀ ਹੁੰਦਾ? ਝੂਠਾ ਹੁੰਦਾ ਹੈ। ਤੇ ਜੇ ਸੁਪਨੇ 'ਚ ਹੀ ਅਸੀਂ ਦੁਖੀ, ਸੁਪਨਾ ਆਇਆ ਸਵੇਰੇ ਸਾਰਾ ਦਿਨ ਬੰਦਾ ਦੁਖੀ, ਮਹਾਰਾਜ ਕਹਿੰਦੇ ਮੂਰਖਾ ਸੁਪਨਾ ਹੀ ਸੀ ਜਿਹਦੇ ਕਰਕੇ ਦੁਖੀ ਹੋ ਰਿਹਾ। ਮਾਇਆ ਵੀ ਇੱਕ ਸੁਪਨੇ ਦੀ ਤਰ੍ਹਾਂ ਹੈ। ਮਹਾਰਾਜ ਕਹਿੰਦੇ ਦੁਖੀ ਨਾ ਬਾਲਗ ਅਵਸਥਾ ਬਾਲਕ ਅੰਧ, ਕਹਿੰਦੇ ਤੂੰ ਬਚਪਨ ਦੀ ਅਵਸਥਾ 'ਚ ਮਾਇਆ ਵਾਲੇ ਪਾਸੇ ਨੂੰ ਦੌੜਿਆ। ਭਰ ਜੋਬਨ ਲਾਗਾ ਦੁਰਗੰਧ, ਬਚਪਨ ਤੋਂ ਜਵਾਨੀ ਤੱਕ ਦੁਰਗੰਧ ਨਾਲ ਮਾਇਆ ਨਾਲ ਹੀ ਜੁੜਿਆ ਰਿਹਾ, ਮਾਇਆ ਦੇ ਪਿੱਛੇ ਦੌੜਦਾ ਰਿਹਾ। ਤ੍ਰਿਤੀਆ ਅਵਸਥਾ ਸਿੱਚੈ ਮਾਏ, ਬਿਰਧ ਭਇਆ ਛੋੜ ਚੱਲਿਓ ਪਛਤਾਏ, ਕਹਿੰਦੇ ਬਿਰਧ ਭਇਆ ਜਿਹੜੀ ਇਕੱਠੀ ਕੀਤੀ ਸੀ ਸਾਰੀ ਜ਼ਿੰਦਗੀ ਮਾਇਆ ਕਤਰ ਕੀਤੀ, ਫਿਰ ਪਛਤਾਵਾ ਲੱਗ ਗਿਆ ਵੀ ਇੰਨੀ ਛੱਡ ਕੇ ਚੱਲਿਆ। ਜੁੜਿਆ ਤੇ ਮਾਇਆ ਨਾਲ ਨਹੀਂ ਰਿਹਾ। ਮਹਾਰਾਜ ਕਹਿੰਦੇ ਫਕੀਰ ਨੂੰ ਪਛਤਾਵਾ ਹੋ ਜਾਣਾ ਵੀ ਇਹਨੇ ਹੁਣ ਤੇ ਕੋਈ ਬਜ਼ੁਰਗ ਤੁਰਦੇ ਨਾ 50-60 ਸਾਲ ਦਾ ਬੰਦਾ ਹੋਵੇ ਤੇ ਸਾਰੇ ਉੱਥੇ ਜਦੋਂ ਉਹਦੇ ਜਾਣ ਤੋਂ ਬਾਅਦ ਗੱਲਾਂ ਇਹੀ ਕਰਦੇ, ਕਹਿੰਦੇ ਹੁਣ ਤੇ ਵੇਖਣ ਦਾ ਟਾਈਮ ਸੀ। ਕੀ ਵੇਖਣ ਦਾ ਟਾਈਮ ਸੀ? ਧਨ ਵੇਖਣ ਦਾ। ਹੁਣ ਤੇ ਬੈਠ ਕੇ ਖਾਣ ਦਾ ਟਾਈਮ ਸੀ। ਕਿਸੇ ਨੇ ਨਹੀਂ ਉੱਥੇ ਕਿਹਾ ਵੀ ਹੁਣ ਬੰਦਗੀ ਕਰਨ ਦਾ ਟਾਈਮ ਸੀ, ਕਰ ਲੈਂਦਾ 4 ਸਾਲ ਰੱਬ ਇਹਨੂੰ ਦੇ ਦਿੰਦਾ। ਕਹਿੰਦੇ ਹੁਣ ਵੇਖਣ ਦਾ ਟਾਈਮ ਸੀ। ਕੀ ਵੇਖਣਾ ਸੀ ਬਹਿ ਕੇ? ਵੇਖਿਆ ਹੀ 50-60 ਸਾਲ ਲੰਘ ਗਏ, ਸੰਸਾਰ ਹੀ ਵੇਖਿਆ ਹੈ। ਰੱਬ ਨਾਲ ਜੁੜਨ ਦੀ ਗੱਲ ਕਿਉਂ? ਅਸੀਂ ਨਹੀਂ ਜੁੜੇ, ਅਸੀਂ ਗੱਲ ਵੀ ਨਹੀਂ ਕਰਾਂਗੇ। ਕਦੀ ਕਿਸੇ ਦੇ ਜਾਣ ਤੋਂ ਬਾਅਦ ਕਿਸੇ ਨੇ ਕਿਹਾ ਵੀ ਐਵੇਂ ਤੁਰ ਗਿਆ ਨੂੰ ਬੁਰਾ ਹੀ ਚਲਾ ਗਿਆ ਇੱਧਰੋਂ ਉੱਧਰ। ਅਸੀਂ ਤਾਂ ਸਾਰੇ ਜਿਹੋ ਜਿਹੇ ਆਪਦੇ ਉਹ ਜੇ ਕਿੰਨੇ ਨਹੀਂ ਭਾਈ ਵੀ ਬੜਾ ਵੀ ਉੱਥੇ ਗੁਣ ਹੀ ਗਾਏ ਜਾਂਦੇ, ਬੰਦਾ ਜਿਹੋ ਜਿਹਾ ਮਰਜ਼ੀ ਹੋਵੇ ਵੀ ਠੀਕ ਸੀ। ਉਹ ਮੈਂ ਇੱਕ ਪਿੰਡ ਦਾ ਨਾਂ ਨਹੀਂ ਲਾਂਗਾ, ਅਸੀਂ ਕਿਤੇ ਗਏ ਤੇ ਉਹ ਅਚਾਨਕ ਕਿਸੇ ਦੀ ਮੌਤ ਹੋਈ ਭੋਗ ਤੇ। ਮੇਰੇ ਰਿਸ਼ਤੇਦਾਰੀ ਸੀ, ਮੇਰੇ ਸਾਧੂ ਸਾਹਿਬ, ਉਹਨਾਂ ਨੇ ਮੈਨੂੰ ਫੋਨ ਕੀਤਾ ਭਾਈ ਸਾਹਿਬ ਦੀ ਕਥਾ। ਮੈਂ ਪੁੱਛ ਲਿਆ, ਮੈਂ ਕਿਹਾ ਕਿਵੇਂ ਗਿਆ? ਕਹਿੰਦੇ ਜੀ ਬਸ ਉਹ ਤਾਸ਼ ਖੇਡ ਕੇ ਆਇਆ ਸੀ ਬਾਹਰੋਂ ਤੇ ਆ ਕੇ ਬਸ ਥੋੜ੍ਹੀ ਜਿਹੀ ਸ਼ਰਾਬ ਪੀਤੀ ਹੈ ਤੇ ਵਾਪਿਆ। ਮੈਂ ਕੰਮ ਤੇ ਦੋਵੇਂ ਚੰਗੇ ਕਰਕੇ ਗਿਆ, ਜਾਣ ਲੱਗਾ ਕਿ ਤਾਸ਼ ਖੇਡ ਕੇ ਆਇਆ ਤੇ ਸ਼ਰਾਬ ਪੀ ਲਈ ਥੋੜ੍ਹੀ ਜਾਣ ਕੇ, ਨਾਲ ਦੀ ਨਾਲ ਹੀ ਮੌਤ ਹੋ ਗਈ। ਮੈਂ ਜਾਣ ਲੱਗਾ ਨੇ ਕੰਮ ਤੇ ਦੋਵੇਂ ਬੜੇ ਚੰਗੇ ਕੀਤੇ ਆ। ਅਰਦਾਸ ਫਿਰ ਮੇਰੇ ਵਰਗੇ। ਉਹ ਮਹਾਰਾਜ ਕਹਿੰਦੇ ਮਾਇਆ ਪਿੱਛੇ ਲੱਗ ਕੇ ਤੁਰਿਆ ਜਾਂਦਾ ਹੈ, ਸਾਰੀ ਜ਼ਿੰਦਗੀ ਐਂ ਹੀ ਲੰਘ ਜਾਂਦੀ ਹੈ। ਜਿਉਂਦਿਆਂ ਇਕੱਠੀ ਕਰਦਾ ਰਹੋ, ਜਾਣ ਲੱਗਿਆ ਉਸੇ ਮਾਇਆ ਦੇ ਪਛਤਾਵਾ ਲੈ ਕੇ ਤੁਰ ਗਏ ਸੰਸਾਰ ਦਾ। ਚਰੰਕਾਲ ਪਾਈ ਦੁਰਲੱਭ ਦੇ, ਬੜੇ ਚਿਰ ਤੋਂ ਬਾਅਦ ਦੁਰਲੱਭ ਦੇ ਮਿਲੀ ਤੈਨੂੰ। ਨਾਮ ਵਿਹੂਣੀ ਹੋਈ ਖੇ, ਨਾਮ ਤੋਂ ਵਿਹੂਣੀ ਫਿਰ ਖੇ ਹੋ ਜਾਂਦੀ ਹੈ। ਖੇ ਹੀ ਹੋਣਾ ਇੱਕ ਦਿਨ। ਬਾਬਾ ਫਰੀਦ ਜੀ ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਜਾਂ ਸਵਾਹ ਹੋ ਜਾਣਾ ਜਾਂ ਕਬਰ 'ਚ ਪੈ ਜਾਣੇ, ਜਪ ਉਹਨੂੰ ਜਪਣਾ ਹੈ ਤੂੰ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਮਹਾਰਾਜ ਕਹਿੰਦੇ ਜਦੋਂ ਨਾਮ ਵਿਹੂਣੀ ਹੋਈ ਖੇ, ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਕਹਿੰਦੇ ਪਸ਼ੂ ਪ੍ਰੇਤਾਂ ਨਾਲੋਂ ਵੀ ਆਤਮਾ ਫਿਰ ਤੇ ਬੁਰੀ ਰਹੀ। ਜਿਹਨੇ ਜਪਿਆ ਨਹੀਂ, ਮਨੁੱਖ ਹੋ ਕੇ ਵੀ ਜਪਿਆ ਨਹੀਂ ਤੇ ਫਿਰ ਪਸ਼ੂ ਪ੍ਰੇਤ 'ਚ ਮਨੁੱਖ ਜਨਤਰ ਨਹੀਂ ਕੋਈ ਆਤਮਾ, ਤਾਂ ਫਿਰ ਉਹਨਾਂ 'ਚ ਵੀ ਹੈਗੀ ਹੈ। ਉਹ ਵੀ ਆਏ ਤੇ ਆਤਮਾ ਨਿਕਲ ਜਾਂਦੀ ਹੈ। ਜਿਹਨਾਂ ਅਸਾਂ ਨਹੀਂ ਜਪਿਆ ਆਏ ਤੇ ਆਤਮਾ ਨਿਕਲ ਗਈ, ਫਰਕ ਕੋਈ ਨਹੀਂ ਰਿਹਾ। ਮਰਜ ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜ। ਤੂੰ ਧਨ ਇਕੱਠਾ ਕਰਦਾ, ਕੌਡੀ ਬਦਲੇ ਤਿਆਗੇ ਰਤਨ। ਕੌਡੀ ਕੀ ਹੈ? ਮਾਇਆ। ਰਤਨ ਕੀ ਹੈ? ਨਾਮ। ਕਹਿੰਦੇ ਮਾਇਆ ਦੀ ਖਾਤਰ ਨਾਮ ਨੂੰ ਹੀ ਤਿਆਗ ਦਿੰਦਾ ਹੈ। ਕੌਡੀ ਬਦਲੇ ਤਿਆਗਾ ਰਤਨ, ਮਾਇਆ ਕੌਡੀ। ਇਹਦਾ ਕੋਈ ਮੁੱਲ ਨਹੀਂ ਪੈਂਦਾ। ਕੌਡੀ ਜਿੰਨਾ ਮੁੱਲ ਹੈ ਰੱਬ ਦੀਆਂ ਨਜ਼ਰਾਂ 'ਚ ਮਾਇਆ ਦਾ, ਗੁਰੂ ਦੀਆਂ ਨਜ਼ਰਾਂ 'ਚ ਵੀ। ਸਤਿਗੁਰਾਂ ਨੂੰ ਮਾਇਆ ਨਾਲ ਕੋਈ ਮਤਲਬ ਨਹੀਂ ਹੈ।
ਰੱਬ ਨੂੰ ਮਾਇਆ ਨਾਲ ਕੋਈ ਬਣਾਈ ਰੱਬ ਦੀ ਹੈ। ਬਾਪ ਬੱਚਿਆਂ ਨੂੰ ਖਿਡੌਣੇ ਲੈ ਕੇ ਦੇ ਦਿੰਦੇ, ਬਾਪ ਦੇ ਖਿਡੌਣਿਆਂ ਨਾਲ ਨਹੀਂ ਖੇਡਦਾ। ਖੇਡਦੇ ਕੌਣ ਹੈ? ਬੱਚੇ। ਲਿਆਂਦੇ ਕਿੰਨੇ? ਬਾਪ ਨੇ। ਰੱਬ ਮਾਇਆ ਤੋਂ ਨਿਰਲੇਪ ਹੈ, ਮਾਇਆ ਬਣਾਈ ਹੈ ਉਹਨੇ। ਮਹਾਰਾਜ ਕਹਿੰਦੇ ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾਹੂ ਕਾ ਜਤਨ। ਜਿਹਨੇ ਛੱਡ ਜਾਣਾ ਤੈਨੂੰ ਯਤਨ ਉਹਨੂੰ ਇਕੱਠਾ ਕਰਨ ਤੇ ਕਰਦਾ ਹੈ। ਯਤਨ ਸਾਡਾ ਮਾਇਆ ਦਾ ਹੀ ਹੈ। ਸਾਰੇ ਅਸੀਂ ਯਤਨ ਹੀ ਕਰਦੇ ਹਾਂ। ਕੋਈ ਕਿਸੇ ਪਾਸੇ ਨੂੰ ਜਾਂਦਾ ਯਤਨ ਕਰਦਾ 4 ਰੁਪਈਏ ਵੱਧ ਆ ਜਾਣ, ਕੋਈ 4 ਰੁਪਏ। ਮਹਾਰਾਜ ਕਹਿੰਦੇ ਸੋ ਸੰਚੈ ਜੋ ਹੋਛੀ ਬਾਤ, ਉਹ ਇਕੱਠਾ ਕਰਦਾ ਜਿਹੜੀ ਹੋਛੀ ਮਾਇਆ। ਹੋਛੀ ਦਾ ਅਰਥ ਵੀ ਝੂਠੀ, ਇਹਨੂੰ ਆਪਾਂ ਕਹਿ ਸਕਦੇ ਹਾਂ। ਮਾਇਆ ਮੋਹਿਆ ਟੇਢੋ ਜਾਤ। ਫਿਰ ਮਾਇਆ ਦਾ ਮੋਇਆ ਬੰਦਾ ਤੁਰਦਾ ਵੀ ਟੇਢਾ ਹੈ। ਹੰਕਾਰੀ ਬੰਦਾ ਸਿੱਧਾ ਨਹੀਂ ਤੁਰਦਾ। ਅਸਲ ਦੇ ਅੰਦਰ ਨਾ ਬਹੁਤੇ ਬੰਦਿਆਂ ਦੀ ਤੋਰ ਤੋਂ ਹੀ ਪਤਾ ਲੱਗ ਜਾਂਦਾ ਇਹਦੇ ਅੰਦਰ ਹੰਕਾਰ, ਉਹ ਬੋਲਣ ਚਾਹੇ ਨਾ ਬੋਲਣ, ਉਹ ਤੋਰ ਤੋਂ ਹੀ ਦੂਸਰਾ ਸਮਝ ਲੈਂਦਾ ਵੀ ਇਹ ਹੈ ਕੁਝ ਦੇ ਅੰਦਰ ਹਉਮੈ ਹੈ। ਟੇਢੋ ਜਾਤ ਨਾ ਉਹ ਬਾਬਾ ਰਵਿਦਾਸ ਜੀ ਨੇ ਬੜਾ ਪਿਆਰਾ ਇੱਕ ਸ਼ਬਦ ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ। जल की भीत पवन का थंबा रगत बूंद का गारा, हाड़ मांस नाड़ी को पिंजर पंखी बसे बेचारा, प्राणी क्या मेरा क्या तेरा, जैसे तरवर पंख बसेरा, राखो कंध उसारू नीवा, 3.5 हाथ तेरी सीवा, बंके बाल पाग सिर डेरी, बंके बाल पाग सिर, पग सिर के उपर डेरी टेढ़ी, इहो तन होए गो भस्म की, और टेढ़ी पग वाले तन ने भस्म की ढेरी बन जाना। उच्चे मंदिर सुंदर नारी, घर बड़े सोहने बना ले तू, सुंदर नारी राम नाम बेन बाजी, नाम तो बगैर जीवन की बाजी हार जाता, मैल भावें जिन्हें मर्जी उच्चे होने बंदे दे। मर्ज कहते ने माया मोया टेढ़ो जात, अभागे तै लाज नाही, अभाग्या एक होंदा भागा वाले, एक होंदा भागा, तेनू लाज ही कोई नहीं है, लाज का तो शर्म है। महाराज कहते सुख सागर पूर्ण परमेश्वर, हारना चेते वो मन माही, वो जो सुखा का सागर मन करके उन्हें चेतिया ही नहीं हो कभी। 4 रुपये इकट्ठे कर ले, पग टेढ़ी बन के तुरया, तूर च फर्क पै गया, रब को जपया ही नहीं। अमृत कौरा बिखिया मीठी, नाम तेनू कौड़ा लगता, माया तेनू मिठी लगती है, ऐसा कुछ ही है। किसी को कह दो भी पाठ सारी रात को कारज बहुत बड़ा पै गया, किसी को कह दो भी इन्ने पाठ करने लगातार, कहता नहीं होएगा, पैसे खोल के रख दो किसी दे के 5 दिन गणाई जो उन्होंने नींद कोई नहीं आनी। अमृत कौरा, अमृत कौड़ा मनी बैठे हैं, बिखिया मीठी, महाराज कहते सागत की बेद नैनू नीठी, सागत की अवस्था असीं अखां नाल वेखी है। सागत बंदे को ऐसा कुछ ही उन्होंने माया मिठी लगती है, नाम नहीं जप सकता, काम जिन्ना चਿਰ मर्जी करा लो, जपजी साहब का पाठ नहीं कर सकता। कूड़ कपट अहंकार रिझाना, वो कूड़ कपट ते अहंकार च रिझा रहिंदे, नाम सुनत जन बिसू डसाना। महाराज ने बचन बड़े सुने, कहते नाम जपिया तेनू इनू बिछू डग मारदा है ना, भी जिवें दर्द बिछू के डग आंदे, किसी की मौत होंगी ना, अनेकों बिछुआं के डग का दर्द होंदा है, उदों मौत शरीर आत्मा निकलती, जो महाराज कहते नाम जपन लगा तेनों सप लड़दा, मैं सीधे सीधा अर्थ कर दिया। वो कई बार बाप अपने पुत्र को कहता काम कर लगा तो तेनों सप लड़ जाता है, महाराज ने भी आही गल भी नाम जपन लगा तो तेनों बिछू डग मार जाता, भी सप लड़ जाता नाम जपन लगा। माया तो बड़ी भज भज कट्ठी करता, माया कारण धाव ही मूर्ख लोग जान। महाराज कहते माया कारण साध ही झूरे, माया के कारण झूरदा मनुख, मिल गई जब कस पावे तब गर्भ करता, बड़ा खुश, जे नहीं अज 4 रुपये बड़े ना तो फिर ये मूँह तो मक्खी नहीं उड़ती, बड़ा ढिला। की गल लोग फिर पुछते, घर वाले पुछते अज की गल है, अज जेब च पैसे नहीं पे कितों। जो रिश्वत रोज़ लेंदा ना, अज ना कोई गाहक आवे उन्होंने रात को नींद नहीं आती भी कल तो इन्ने बन गए ही, अज तो खाली जेब लैके घरे मोड़ना है। वो माया झूरदा बंदा, जो लालची बंदा सदा ही वो झूरदा, कल इन्ने बने सर, अज कोई आया ही नहीं, अज कुछ आया ही नहीं। महाराज कहते माया कारण साध ही झूरे, मनमुख कबह ना उस्तत करे। मनमुख बंदा कितने रब की उस्तत करता है, वो तो झूरदा रहिंदा है। माया कारण धाव ही मूर्ख लोग अजान,
ਮਹਾਰਾਜ ਕਹਿੰਦੇ ਬੰਦਿਆ ਤੂੰ ਜਪਣ ਆਇਆ ਵਾਹਿਗੁਰੂ। ਬਹੁਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਨੇ ਭੋਗ ਦੇ ਸ਼ਲੋਕਾਂ 'ਚ ਵੀ ਇਹੀ ਗੱਲ ਕਹੀ। ਸ਼ੁਰੂ ਤੋਂ ਇਹੀ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਤ ਤੋਈ ਰੁਕੀ ਥੀ। ਮਹਾਰਾਜ ਅੱਜ ਵੀ ਕਹਿੰਦੇ ਭਾਈ ਮਨੁੱਖ ਧਨ ਦੇ ਪਿੱਛੇ ਦੌੜਦਾ, ਇਹ ਮੂਰਖ ਅਜਾਣ ਬੇਸਮਝ ਹੈ। ਇਹਨੂੰ ਇਸ ਗੱਲ ਦੀ ਖਬਰ ਨਹੀਂ ਵੀ ਭਾਈ ਧਨ ਨਾਲ ਨਹੀਂ ਜਾਂਦਾ। ਮਨੁੱਖ ਪਾਪ ਕਰਦਾ ਬੜਾ ਪ੍ਰਸੰਨ ਹੈ, ਧਨ ਇਕੱਠਾ ਕਰਦਾ ਚਿਤਵਤ ਪਾਪ ਨਾਲ ਕਰੇ ਬੇਸਵਾ ਭਜਤ ਕਿਸ ਨੈ। ਮਹਾਰਾਜ ਕਹਿੰਦੇ ਸਰਮਾਵੇ ਸਾਰੂ ਦਿਨ ਮਜ਼ਦੂਰੀ ਕਰੇ, ਮਾਇਆ ਦੀ ਖਾਤਰ ਸਾਰਾ ਦਿਨ ਮਜ਼ਦੂਰੀ ਕਰਦਾ ਹੈ। 8 ਘੰਟੇ ਡਿਊਟੀ ਕਰਨੀ, ਕਹਿੰਦਾ ਜੀ 4 ਘੰਟੇ ਵੱਧ ਲਾਵਾਂਗਾ, 12 ਘੰਟੇ ਮਨੁੱਖ ਕੰਮ ਕਰਦਾ। ਸਾਡੇ ਬੱਚੇ ਬਾਹਰ ਵਿਦੇਸ਼ਾਂ 'ਚ ਗਏ ਆ, ਉਹ ਕਈ ਕਹਿੰਦੇ 20 ਘੰਟੇ ਅਸੀਂ ਕੰਮ ਕਰਦੇ ਹਾਂ, 20 ਘੰਟੇ। ਚਲੋ ਚੰਗੀ ਗੱਲ ਹੈ, ਬੱਚੇ ਕੰਮ ਕਰਦੇ, ਕਰਨਾ ਚਾਹੀਦਾ। ਉਹ ਇਹੀ ਵੀ 4 ਰੁਪਈਏ ਬਣ ਜਾਣ, ਲਾਲਚ ਤੇ ਹੀ ਹੈ। ਨਹੀਂ ਤੇ 8 ਘੰਟਿਆਂ 'ਚ ਬੰਦਾ ਥੱਕ ਜਾਂਦਾ। ਇਹੋ ਜਿਹੇ ਕੰਮ ਕਈ ਹੈਗੇ ਆ। ਚਲੋ ਉਹ ਹੁੰਦਾ ਵੀ 4 ਰੁਪਈਏ ਹੋਣੇ ਵੀ ਚਾਹੀਦੇ ਆ ਜੀ ਜੇ ਤੁਹਾਡੇ ਕੋਲ ਹੈ ਦੇ। ਪਰ ਮਹਾਰਾਜ ਕਹਿੰਦੇ ਇਹੀ ਕਰਮ ਤੇ ਨਾ ਲੱਗਾ ਰਹੀ ਵੀ ਤੇਰੀ ਸਾਰੀ ਜ਼ਿੰਦਗੀ ਐਂ ਹੀ ਲੰਘ ਜਾਏ ਵੀ ਤੂੰ ਪੈਸੇ ਇਕੱਠੇ ਕਰਦਾ ਰਹੇ। ਚਲੋ ਹੁਣ ਮਿਹਨਤ ਕਰ ਲਾ, ਹੁਣ ਹੋ ਗਏ 4 ਰੁਪਈਏ, ਹੁਣ ਕੰਮ ਵੀ ਘੱਟ ਕਰਦੇ, ਹੁਣ ਜਪਣਾ ਸ਼ੁਰੂ ਕਰਦੇ ਵੀ ਹੁਣ ਠੀਕ ਹੈ ਜੀ ਆਪਣਾ ਗੁਜ਼ਾਰਾ ਵਧੀਆ ਚੱਲਦਾ ਹੈ। ਪਰ ਉਹ ਤ੍ਰਿਸ਼ਨਾ ਬਿਰਲੇ ਕੀ ਪੁੱਜੀ ਹੈ, ਉਹ ਸਹਿਜ ਘਟੇ ਲੱਖ ਕੋਟ ਧਾਵੇ। ਫਿਰ ਇਸ ਪਾਸੇ ਨੂੰ ਬੰਦਾ ਫਿਰ ਗਿਣਤੀ ਕਰਨ ਲੱਗ ਪੈਂਦਾ, ਇੰਨਾ ਜੁੜ ਕੇ ਨਹੀਂ ਤਾਂ ਹੈਗਾ ਵੀ ਇੰਨਾ ਕੰਮ ਕਰਦਾ ਸੁਣ ਭਾਈ ਆਪਾਂ ਘਰ ਪਾ ਲਿਆ, ਗੱਡੀ ਲੈ ਲਈ ਹੈ, ਵਧੀਆ ਸਾਰਾ ਕੁਝ ਹੁਣ ਠੀਕ ਹੈ। ਹੁਣ ਕੰਮ ਵੀ 8 ਘੰਟੇ ਕਰ ਦਿੱਤਾ, ਹੁਣ ਜਪਣਾ ਆਪਾਂ ਨਾਮ ਜਪਣਾ ਸ਼ੁਰੂ ਕਰ ਦੇ ਤਾਂ ਧਨ ਕਮਾ ਲਿਆ ਜੀ, ਹੁਣ ਤ੍ਰਿਪਤ ਹੈ ਇੱਥੇ ਕਣ ਕੇ ਸਾਨੂੰ। ਪਰ ਫਿਰ ਬੰਦੇ ਦੀ ਹੋਰ ਜੋੜਨ ਵੱਲ ਨੂੰ ਧਿਆਨ ਹੋ ਜਾਂਦਾ। ਪਹਿਲਾਂ ਤਾਂ ਕਹਿੰਦਾ ਵੀ ਆਹ ਚੀਜ਼ ਮਿਲ ਗਈ ਨਾ ਬਸ ਫਿਰ ਆਪਾਂ ਉਹ ਮਿਲ ਜਾਂਦਾ ਜੀ ਸਭ ਕੁਝ। ਉਹ ਬੰਦੇ ਸੋਚਿਆ ਫਿਰ ਉਹ ਇਕੱਠੇ ਕਰਨ 'ਤੇ ਲੱਗ ਪੈਂਦਾ। ਉਹ ਕਹਿੰਦੇ ਹੁਣ 4 ਰੁਪਈਏ ਇਕੱਠੇ ਕਰ ਲੈਣੇ ਚਾਹੀਦੇ। ਮਹਾਰਾਜ ਕਹਿੰਦੇ ਸਾਰਾ ਦਿਨ ਮਜ਼ਦੂਰੀ ਕਰੇ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਸਿਮਰਨ ਦੀ ਵੇਲੇ ਬੱਜਰ ਸਿਰ ਪਰ ਹੈ। ਇਹਦੇ ਜਿਹਦੇ ਉਹ ਅਰਦੀ ਭਾਰ ਸਿਰ 'ਤੇ ਜਾਂ ਬੱਜਰ ਵੀ ਸਿਮਰਨ ਦੀ ਵੇਲਾ ਸੌਂ ਜਾਂਦਾ ਅਤੇ ਉਹ ਕੰਮ ਕਰਨ ਵੇਲੇ ਕਹਿੰਦਾ ਮੈਂ 20 ਘੰਟੇ ਵੀ ਕਰ ਲੈਣਾ, 16 ਘੰਟੇ ਕਰ ਲੈਣਾ, ਮੈਂ 18 ਘੰਟੇ ਕੰਮ ਕਰਦਾ। ਮਹਾਰਾਜ ਕਹਿੰਦੇ ਮਾਇਆ ਲੱਗ ਭੁੱਲੋ ਸੰਸਾਰ। ਮਾਇਆ ਨਾਲ ਲੱਗ ਕੇ ਸੰਸਾਰ ਰੱਬ ਨੂੰ ਹੀ ਭੁੱਲ ਗਿਆ। ਮਾਇਆ ਲੱਗ ਭੁੱਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰੇ ਰਾਚ ਰਿਹਾ ਬਿਰਥਾ ਪਿਆਰ। ਸ਼ਾਇਦ ਰੱਬ ਨੇ ਇਹਨੂੰ ਆਪਣੇ ਨਾਮ ਨਾਲੋਂ ਤੋੜ ਦਿੱਤਾ। ਫਿਰ ਇਹ ਗੱਲ ਕਹਿਣੀ ਪਏਗੀ, ਕਹਿਣੀ ਤੇ ਫਿਰ ਜਦੋਂ ਮਨੁੱਖ ਜਪੇਗਾ ਹੀ ਨਹੀਂ ਫਿਰ ਤੇ ਕਹਿਣਾ ਪਏਗਾ ਰੱਬ ਹੀ ਨਹੀਂ ਜਪਣ ਦਿੰਦਾ। ਮਨੁੱਖ ਨਸ਼ਾ ਛੱਡਣਾ ਨਹੀਂ ਚਾਹੁੰਦਾ, ਫਿਰ ਕਹਿੰਦਾ ਰੱਬ ਨਹੀਂ ਛਡਾਉਂਦਾ। ਜਿੱਦਣ ਛਡਾਏਗਾ ਉਦੋਂ ਛੱਡਾਂਗੇ। ਛੱਡਣਾ ਨਹੀਂ ਚਾਹੁੰਦਾ, ਛੱਡਣਾ ਨਹੀਂ ਚਾਹੁੰਦਾ। ਮਹਾਰਾਜ ਕਹਿੰਦੇ ਮਾਇਆ ਕਾਰਨ ਧਾਵ ਹੀ। ਮਾਇਆ ਦੇ ਕਾਰਨ ਮਨੁੱਖ ਨਾ ਦੌੜਦਾ। ਮੂਰਖ ਲੋਕ ਅਜਾਣ, ਉਹ ਬੇਸਮਝ ਮੂਰਖ ਤੇ ਅਣਜਾਣ ਨੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਮਾਇਆ ਪਿੱਛੇ ਦੌੜ ਕੇ ਸਾਰਾ ਜੀਵਨ ਬਤੀਤ ਕਰ ਜਾਂਦੇ ਹਨ। ਮਹਾਰਾਜ ਕਹਿੰਦੇ ਹਰ ਦੇ ਭਜਨ ਤੋਂ, ਬੰਦਗੀ ਤੋਂ, ਸਿਮਰਨ ਤੋਂ ਬਗੈਰ ਬੰਦਿਆ ਸਮਝ ਲਾ ਤੇਰਾ ਜਨਮ ਬਿਰਥਾ ਚਲਾ ਜਾਂਦਾ ਹੈ। ਬਿਰਥਾ ਵਿਅਰਥ ਕਹਿ ਲਓ, ਬਿਰਥਾ ਕਹਿ ਲਓ, ਅਕਾਰਥ ਕਹਿ ਲਓ, ਇਹਦਾ ਅਰਥ ਕੀ ਹੈ? ਜੇ ਸਿਮਰਨ ਨਹੀਂ ਕਰੇਗਾ, ਮਾਇਆ ਪਿੱਛੇ ਦੌੜਦਾ ਰਹੋ ਤੇ ਜਨਮ ਤੇਰਾ ਭਾਈ ਫਿਰ ਵਿਅਰਥ ਚਲਾ ਜਾਂਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਦੀਵਾਨ ਹਾਲ ਦੀ ਸੇਵਾ, ਸਰੋਵਰ ਸਾਹਿਬ ਦੀ ਸੇਵਾ ਵੱਡੇ ਪੱਧਰ 'ਤੇ ਚੱਲ ਰਹੀ ਹੈ ਜੀ। ਸੇਵਾਵਾਂ 'ਚ ਹਿੱਸੇ ਪਾ ਕੇ ਸੰਗਤ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।